ਭੂਰਿਆਂ ਵਾਲੇ ਰਾਜੇ ਕੀਤੇ ਭਾਗ 20। ਗੁਰਦਾਸ ਨੰਗਲ ਦੇ ਸਿੱਖ ਕੈਦੀਆਂ ਦੀ ਲਾਹੌਰ ਵੱਲ ਰਵਾਨਗੀ ਅਤੇ ਸਰਹੰਦ ਵਿੱਚ ਕੈਦੀਆਂ ਨੂੰ ਬਾਜ਼ਾਰਾਂ ਵਿੱਚ ਫੇਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜੇ ਹੋਏ, ਅਦਮ ਹੋਏ ਤੇ ਜ਼ਖਮਾਂ ਨਾਲ ਚੂਰ ਹੋਏ ਸਿੰਘਾਂ ਦੇ ਬੇਰਹਿਮਾਨਾ ਕਤਲ, ਉਹਨਾਂ ਦੇ ਢਿੱਡ ਚੀਰਨ ਪਾੜਨ ਤੇ ਗੜੀ ਨੂੰ ਢਾਹ ਕੇ ਸਫਨ ਸਫਾ ਕਰਨ ਤੋਂ ਵਿਹਲੇ ਹੋ ਕੇ ਸਾਰਿਆਂ ਨੇ ਆਪਣਾ ਸਾਮਾਨ ਅਸਬਾਬ ਸਾਂਭਿਆ। ਕੈਦੀਆਂ ਨੂੰ ਚੰਗੀ ਤਰ੍ਹਾਂ ਸੰਗਲਾਂ ਨਾਲ ਜਕੜ ਕੇ ਅੱਗੇ ਲਾ ਖੁਸ਼ੀਆਂ ਦੇ ਢੋਲ ਵਾਜੇ ਵਜਾਉਂਦਿਆਂ ਫੌਜ ਨੇ ਲਾਹੌਰ ਵੱਲ ਕੂਚ ਕੀਤਾ। ਇਹ ਸਮਾਚਾਰ ਦਸੰਬਰ 1715 ਈਸਵੀ ਦਾ ਹੈ। ਗੁਰਦਾਸ ਨੰਗਲੋਂ ਬੰਦਾ ਸਿੰਘ ਤੇ ਦੂਸਰੇ ਕੈਦੀਆਂ ਨੂੰ ਦਿੱਲੀ ਵੱਲ ਤੋਰਨ ਦੀ ਥਾਂ ਪਹਿਲਾਂ ਲਾਹੌਰ ਵੱਲ ਇਸ ਲਈ ਲਿਜਾਇਆ ਗਿਆ ਕਿ ਅਬਦੁਸ ਸਮਦ ਖਾਨ ਇੰਨੀ ਵੱਡੀ ਜਿੱਤ ਨਾਲ ਆਪਣੇ ਜਾਹੋ ਜਲਾਲ ਵਿੱਚ ਵਾਧਾ ਕਰਨਾ ਚਾਹੁੰਦਾ ਸੀ। ਲਾਹੌਰੀ ਮੁਸਲਮਾਨਾਂ ਨੇ ਮੁਲਾਣਿਆਂ ਦੀ ਚੁੱਕਣਾ ਕਾਰਨ ਭੂਏ ਆ ਕੇ ਸ਼ੁਰੂ ਵਿੱਚ ਹੈਦਰੀ ਝੰਡੇ ਥੱਲੇ ਜਹਾਦ ਸ਼ੁਰੂ ਕੀਤਾ ਤੇ ਲਾਹੌਰੋਂ ਬਾਹਰ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਉਹ 2 ਵਾਰ ਗਏ ਸਨ, ਪਰ ਦੋਵੇਂ ਵਾਰ ਬੁਰੀ ਤਰ੍ਹਾਂ ਬੂਥੇ ਬਣਾ ਕੇ ਮੁੜੇ ਸਨ। ਉਦੋਂ ਹਜ਼ਾਰਾਂ ਘਰਾਣੇ ਮਾਤਮ ਵਿੱਚ ਡੁੱਬ ਗਏ ਸਨ। ਗਾਜ਼ੀਆਂ ਦੇ ਦਿਲਾਂ ਉੱਤੇ ਸਿੰਘਾਂ ਦਾ ਐਸਾ ਭੈ ਬੈਠਾ ਸੀ ਕਿ ਮੁੜ ਮੁਲਾਣਿਆਂ ਦੇ ਆਖੇ ਲੱਗ ਕੇ ਕਿਸੇ ਨੂੰ ਵੀ ਬੰਦਾ ਸਿੰਘ ਵੱਲ ਮੂੰਹ ਕਰਨ ਦਾ ਹੌਸਲਾ ਨਹੀਂ ਸੀ ਪਿਆ। ਲਾਹੌਰ ਦੀਆਂ ਕੰਧਾਂ ਤੋਂ ਬਾਹਰ ਬੁਰੀ ਤਰ੍ਹਾਂ ਖੌਫ ਛਾਇਆ ਹੋਇਆ ਸੀ। ਲੋਕਾਂ ਦੇ ਦਿਲਾਂ ਵਿੱਚੋਂ ਇਹ ਡਰ, ਖੌਫ ਤੇ ਸਹਿਮ ਕੱਢਣ ਲਈ, ਆਪਣਾ ਰੋਬ ਦਾਬ ਦੂਣਾ ਚੌਣਾ ਕਰਨ ਲਈ ਫੜੇ ਹੋਏ ਸਿੰਘਾਂ ਨੂੰ ਲਾਹੌਰ ਵਿੱਚ ਦੀ ਫੇਰਨਾ ਦਲੇਰੇ ਜੰਗ ਨੇ ਜ਼ਰੂਰੀ ਸਮਝਿਆ। ਲੋਕਾਂ ਨੂੰ ਫੜੇ ਹੋਏ ਤੇ ਬੇਬਸ ਸ਼ੇਰਾਂ ਦੇ ਪ੍ਰਤੱਖ ਦਰਸ਼ਨ ਕਰਾਉਣੇ ਇਸੇ ਕਾਰਨ ਜ਼ਰੂਰੀ ਸਨ ਕਿ ਇਸ ਤੋਂ ਪਿੱਛੋਂ ਉਹ ਆਰਾਮ ਦੀ ਨੀਂਦੇ ਸੌਂ ਸਕਣ। ਜਹਾਦਾਂ ਤੋਂ ਬਚ ਕੇ ਆਏ ਮੁਲਾਣਿਆਂ ਗਾਜ਼ੀਆਂ ਦੇ ਸੜਦੇ ਸੀਨੇ ਠਾਰਨ ਦਾ ਇਹ ਸੋਹਣਾ ਮੌਕਾ ਸੀ। ਇਸ ਤੋਂ ਬਿਨਾਂ ਕੈਦੀਆਂ ਨੂੰ ਲਾਹੌਰ ਲਿਜਾਣ ਦੀ ਕੋਈ ਹੋਰ ਵਜ੍ਹਾ ਨਹੀਂ ਦਿਸਦੀ। ਇਹ ਜਿੱਤ ਜੋ ਸਿਰਫ ਰੱਬ ਦੀ ਮਰਜ਼ੀ ਨਾਲ ਉਸ ਨੂੰ ਪ੍ਰਾਪਤ ਹੋਈ ਸੀ, ਇਸ ਨੂੰ ਉਹ ਬਹੁਤ ਹੀ ਵੱਡਾ ਕਰਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਸੱਚ ਹੈ ਕਿ ਜਿੱਤਿਆ ਹੋਇਆ ਆਦਮੀ ਹਰ ਤਰ੍ਹਾਂ ਦੀ ਮਨਮਰਜ਼ੀ ਕਰਨਾ ਆਪਣਾ ਹੱਕ ਸਮਝਦਾ ਹੈ। ਸ਼ਾਹੀ ਲਸ਼ਕਰ ਹੁਣ ਬੜੀ ਸੱਜ ਧੱਜ ਨਾਲ ਲਾਹੌਰ ਵੱਲ ਜਾ ਰਿਹਾ ਸੀ। ਬੰਦਾ ਸਿੰਘ ਤੇ ਉਸ ਦੇ ਸਾਥੀ ਭਾਵੇਂ ਕੈਦ ਕੀਤੇ ਹੋਏ ਸਨ, ਪਰ ਲਸ਼ਕਰੀਆਂ ਦੇ ਦਿਲਾਂ ਵਿੱਚ ਉਹਨਾਂ ਦਾ ਤਰੋ ਉਸੇ ਤਰ੍ਹਾਂ ਕਾਇਮ ਸੀ। ਬੰਦਾ ਸਿੰਘ ਦੀ ਕਰਾਮਾਤੀ ਤਾਕਤਾਂ ਦਾ ਭੈ ਉਹਨਾਂ ਦੇ ਮਨਾਂ ਨੂੰ ਇੰਜ ਚੱਟ ਰਿਹਾ ਸੀ ਕਿ ਬੰਦਾ ਸਿੰਘ ਰਸਤੇ ਵਿੱਚ ਜਾਂਦਾ ਹੋਇਆ ਕਿਧਰੇ ਬਚ ਕੇ ਅਲੋਪ ਨਾ ਹੋ ਜਾਏ। ਇਸ ਲਈ ਉਹਨਾਂ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਪਾ ਕੇ ਅੰਦਰ ਬਾਹਰੋਂ ਚੌ ਮੋਟੇ ਸੰਗਲਾਂ ਨਾਲ ਬੱਧਾ ਹੋਇਆ ਸੀ। ਉਸ ਦੇ ਪੈਰੀਂ ਬੇੜੀਆਂ, ਗੋਡਿਆਂ ਦੁਆਲੇ ਕੜੇ, ਲੱਕ ਦੁਆਲੇ ਸੰਗਲ ਅਤੇ ਗਲ ਵਿੱਚ ਲੋਹੇ ਦੇ ਕੁੰਡਲ ਪਾਏ ਹੋਏ ਸਨ। ਇਹਨਾਂ ਕੁੰਡਲਾਂ ਨੂੰ ਲੱਕੜੀ ਦੇ ਮਜ਼ਬੂਤ ਮੋਟੇ ਡੰਡਿਆਂ ਨਾਲ ਜਕੜਿਆ ਹੋਇਆ ਸੀ ਤਾਂ ਕਿ ਉਹ ਹਿਲਜੁਲ ਕਰਕੇ ਸੰਗਲ ਨਾ ਤੜਵਾ ਲਵੇ। ਪਿੰਜਰੇ ਨੂੰ 4 ਚਫੇਰਿਓਂ ਮੋਟੇ ਸੰਗਲਾਂ ਦੇ ਪੇਟੀ ਬੰਦ ਪਾਏ ਹੋਏ ਸਨ। ਇਸ ਨਾਲ ਵੀ ਮੁਗਲ ਸਿਪਾਹ ਸਲਾਰਾਂ ਨੂੰ ਤਸੱਲੀ ਨਹੀਂ ਸੀ ਹੋਈ। ਇਸ ਲਈ ਉਸੇ ਹਾਥੀ ਉੱਤੇ ਪਿੰਜਰੇ ਦੇ ਨਾਲ ਦੋਹੀਂ ਪਾਸੀ 2 ਮੁਗਲ ਸਰਦਾਰਾਂ ਦੇ ਲੱਕਾਂ ਨੂੰ ਸੰਗਲ ਪਾ ਕੇ ਬੱਧਾ ਹੋਇਆ ਸੀ ਤੇ ਦੋਹਾਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਸਨ ਤਾਂ ਕਿ ਉਹ ਪਿੰਜਰੇ ਚੋਂ ਨਿਕਲਣ ਲੱਗੇ ਬੰਦਾ ਸਿੰਘ ਦਾ ਕੰਮ ਤਮਾਮ ਕਰ ਦੇਣ। ਬੰਦਾ ਸਿੰਘ ਦੇ ਸਾਥੀ ਜਥੇਦਾਰਾਂ ਤੇ ਹੋਰ ਉੱਘੇ ਸੂਰਮਿਆਂ ਨੂੰ ਪੈਰੀਂ ਬੇੜੀਆਂ ਪਾਈਆਂ ਹੋਈਆਂ ਸਨ ਤੇ ਗਲਾਂ ਵਿੱਚ ਤੌਕ ਪਾ ਕੇ ਉਹਨਾਂ ਦਾ ਇੱਕ ਇੱਕ ਹੱਥ ਉਸ ਦੀ ਲੱਕੜ ਵਿੱਚ ਕੱਸਿਆ ਹੋਇਆ ਸੀ। ਇਹਨਾਂ ਨੂੰ ਲੰਗੇ, ਲੂਲੇ, ਸੜੇ ਸੁੱਕੇ ਤੇ ਮਰੀਅਲ ਜਿਹੇ ਖੋਤਿਆਂ, ਟਟੂਆਂ ਅਤੇ ਅਲਾਣੇ ਊਠਾਂ ਉੱਤੇ ਬਿਠਾਇਆ ਹੋਇਆ ਸੀ। ਉਹਨਾਂ ਦੇ ਮੂੰਹ ਸਿਰ ਘੱਟੇ ਨਾਲ ਭਰ ਕੇ ਸਿਰਾਂ ਉੱਤੇ ਕਾਗਜ਼ਾਂ ਦੀਆਂ ਨੋਕਦਾਰ ਟੋਪੀਆਂ ਪਾਈਆਂ ਹੋਈਆਂ ਸਨ। ਇਸ ਤਰ੍ਹਾਂ ਇਹਨਾਂ ਨੂੰ ਇੱਕ ਟੋਲੇ ਵਿੱਚ ਇਕੱਠਾ ਕਰਕੇ ਬੰਦਾ ਸਿੰਘ ਦੇ ਪਿੱਛੇ ਤੋਰਿਆ ਹੋਇਆ ਸੀ। ਇਹਨਾਂ ਦੇ ਅੱਗੇ ਢੋਲ ਅਤੇ ਵਾਜਾ ਵੱਜਦਾ ਜਾ ਰਿਹਾ ਸੀ। ਇਹਨਾਂ ਦੇ ਪਿੱਛੇ ਮੁਗਲ ਘੋੜ ਸਵਾਰ ਸਨ ਜਿਨ੍ਹਾਂ ਨੇਜਿਆਂ ਉੱਤੇ ਸਿਰ ਟੰਗੇ ਹੋਏ ਸਨ। ਇਹਨਾਂ ਦੇ ਪਿੱਛੇ ਬਾਦਸ਼ਾਹੀ ਅਮੀਰ, ਫੌਜਦਾਰ ਅਤੇ ਹਿੰਦੂ ਰਾਜੇ ਆਪਣੀਆਂ ਆਪਣੀਆਂ ਫੌਜਾਂ ਸਮੇਤ ਜਾ ਰਹੇ ਸਨ। ਇਹ ਲਾਮ ਲਸ਼ਕਰ ਕਈ ਮੀਲਾਂ ਵਿੱਚ ਫੈਲਿਆ ਹੋਇਆ ਸੀ। ਸਿੱਖ ਕੈਦੀਆਂ ਦਾ ਕਾਫਲਾ ਲਾਹੌਰ ਪਹੁੰਚਾ। ਜਾਦੇ ਜਲੂਸ ਲਾਹੌਰ ਲਾਗੇ ਪੁੱਜਾ
ਤਾਂ ਇਸ ਤਮਾਸ਼ੇ ਨੂੰ ਦੇਖਣ ਲਈ ਲੋਕੀ ਸ਼ਹਿਰੋਂ ਬਾਹਰ ਨਿਕਲ ਆਏ ਅਤੇ ਮੀਲਾਂ ਤੀਕ ਸੜਕ ਦੇ ਦੋਹੀਂ ਪਾਸੀਂ ਕਤਾਰਾਂ ਵਿੱਚ ਖੜੇ ਹੋ ਗਏ। ਜਿਨ੍ਹਾਂ ਨੂੰ ਬਾਹਰ ਜਗ੍ਹਾ ਨਾ ਮਿਲੀ ਉਹ ਬਾਜ਼ਾਰਾਂ ਵਿੱਚ ਹੀ ਖੜੇ ਹੋ ਗਏ। ਜੋ ਬਾਹਰ ਨਾ ਜਾ ਸਕੇ ਉਹ ਬਾਜ਼ਾਰ ਨਾਲ ਲੱਗਦਿਆਂ ਕੋਠਿਆਂ ਦੀਆਂ ਛੱਤਾਂ ਉੱਤੇ ਚੜ੍ਹ ਗਏ। ਸੜਕਾਂ, ਗਲੀਆਂ, ਬਾਜ਼ਾਰਾਂ ਤੇ ਕੋਠਿਆਂ ਦੀਆਂ ਛੱਤਾਂ ਮਨੁੱਖੀ ਸਿਰਾਂ ਦਾ ਠਾਠਾਂ ਮਾਰਦਾ ਸਮੁੰਦਰ ਬਣਿਆ ਹੋਇਆ ਸੀ। ਇਸ ਤਰ੍ਹਾਂ ਆਦਮੋਏ ਕੈਦੀਆਂ, ਜਿਨ੍ਹਾਂ ਨੂੰ ਬੁਰੀ ਤਰ੍ਹਾਂ ਜ਼ੰਜੀਰਾਂ ਨਾਲ ਜਕੜਿਆ ਹੋਇਆ ਸੀ, ਕਤਲ ਕੀਤੇ ਸਿੰਘਾਂ ਦੇ ਲਹੂ ਨਾਲ ਗੜੁੱਚ ਸਿਰਾਂ ਤੇ ਹਵਾ ਵਿੱਚ ਲਹਿਰਾਉਂਦੇ ਹੋਏ ਉਹਨਾਂ ਦੇ ਕੇਸ ਜੋ ਨੇਜਿਆਂ ਉੱਤੇ ਟੰਗੇ ਹੋਏ ਸਨ ਦੇ ਜਲੂਸ ਨਾਲ ਸੂਬੇਦਾਰ ਅਬਦੁਸ ਸਮਾਦ ਖਾਨ ਹੈਂਕੜ ਵਿੱਚ ਫੁੰਕਾਰਦਾ ਹੋਇਆ ਆਪਣੀ ਰਾਜਧਾਨੀ ਲਾਹੌਰ ਵਿੱਚ ਦਾਖਲ ਹੋਇਆ। ਜਰਨੈਲਾਂ ਤੇ ਸ਼ਾਹੀ ਲਸ਼ਕਰ ਨੇ ਕੁਝ ਦਿਨ ਲਾਹੌਰ ਵਿਖੇ ਆਰਾਮ ਕੀਤਾ। ਅਬਦੁਸ ਸਮਾਦ ਖਾਨ ਦੀ ਤੀਬਰ ਇੱਛਾ ਸੀ ਕਿ ਆਪਣੇ ਏਡੇ ਵੱਡੇ ਕੈਦੀ ਨੂੰ, ਜਿਸ ਨੇ 6 ਸਾਲ ਮੁਗਲ ਹਕੂਮਤ ਦਾ ਜਿਉਣਾ ਹਰਾਮ ਕਰ ਛੱਡਿਆ ਸੀ, ਨੂੰ ਆਪ ਦਿੱਲੀ ਲੈ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰੇ, ਇਨਾਮ ਇਕਰਾਮ ਪਾਵੇ ਤੇ ਸਾਰੇ ਦਰਬਾਰੀਆਂ ਉੱਤੇ ਆਪਣੀ ਧੌਂਸ ਕਾਇਮ ਕਰੇ। ਇਸ ਲਈ ਤੇਜ਼ ਰਫ਼ਤਾਰ ਕਾਸਦ ਭੇਜ ਕੇ ਬਾਦਸ਼ਾਹ ਪਾਸੋਂ ਆਗਿਆ ਮੰਗੀ ਤਾਂ ਸ਼ਾਹੀ ਹੁਕਮ ਆਇਆ ਕਿ ਸਿੱਖ ਆਗੂ ਤੇ ਉਸ ਦੇ ਨਾਲ ਗ੍ਰਿਫਤਾਰ ਕੀਤੇ ਸਿੱਖ ਕੈਦੀਆਂ ਨੂੰ ਜ਼ਕਰੀਆ ਖਾਨ ਤੇ ਮੁਹੰਮਦ ਅਮੀਨ ਖਾਨ ਦੇ ਪੁੱਤਰ ਕਮਰਦੀਨ ਦੀ ਸਪੁਰਦਗੀ ਦੇ ਕੇ ਦਿੱਲੀ ਭੇਜਿਆ ਜਾਵੇ ਤੇ ਅਬਦੁਸ ਸਮਾਦ ਖਾਨ ਆਪ ਲਾਹੌਰ ਹੀ ਰਹੇ ਤੇ ਆਪਣੇ ਇਲਾਕਿਆਂ ਦਾ ਚੰਗਾ ਬੰਦੋਬਸਤ ਕਰਕੇ ਅਮਨ ਬਹਾਲ ਕਰੇ। ਨਾਲ ਹੀ ਸੁਚੇਤ ਰਹੇ ਕਿ ਸਿੱਖ ਮੁੜ ਸਿਰ ਨਾ ਚੁੱਕ ਸਕਣ। ਲਾਹੌਰੋਂ ਤੁਰਨ ਵੇਲੇ ਜ਼ਕਰੀਆ ਖਾਨ ਨੂੰ ਮਹਿਸੂਸ ਹੋਇਆ ਕਿ ਬਾਦਸ਼ਾਹ ਦੇ ਪੇਸ਼ ਕਰਨ ਲਈ 200 ਸਿੱਖਾਂ ਦੇ ਸਿਰ ਬਹੁਤ ਥੋੜੇ ਹਨ। ਦਰਬਾਰੀਆਂ ਤੇ ਬਾਦਸ਼ਾਹ ਸਾਹਮਣੇ ਬੜੇ ਜਲੀਲ ਹੋਵਾਂਗੇ। ਜਦ ਉਹਨਾਂ ਤਾਨੇ ਦਿੱਤੇ ਕਿ ਬਸ ਇੰਨੇ ਕੁ ਬਾਗੀ ਸਿੱਖ ਸਨ ਜਿਨ੍ਹਾਂ ਨੇ 8 ਮਹੀਨਿਆਂ ਤੋਂ ਵੱਧ ਸਮੇਂ ਤੱਕ ਤੁਹਾਨੂੰ ਨੱਕ ਰਾਹੀਂ ਚਣੇ ਚਬਾ ਛੱਡੇ ਅਤੇ ਵੱਡੇ ਵੱਡੇ ਲਾਮ ਲਸ਼ਕਰ ਤੇ ਤੋਪਖਾਨੇ ਦੀ ਸੁਰਤ ਭਲਾਈ ਰੱਖੀ, ਅਸ਼ਕੇ ਜਾਈਏ, ਬੜੀ ਵੱਡੀ ਮੁਹਿੰਮ ਸਰ ਕਰਕੇ ਆਏ ਹੋ, ਡੁੱਬ ਮਰੋ ਕਿਧਰੇ ਚੱਪਣੀ ਵਿੱਚ ਨੱਕ ਡੁੱਬ ਕੇ। ਇਹਨਾਂ ਤਾਨਿਆਂ ਤੇ ਲਾਹਨਤਾਂ ਤੋਂ ਬਚਣ ਲਈ ਉਸਨੇ ਉਪਾਅ ਸੋਚਿਆ ਕਿ ਸਿੱਖਾਂ ਦੇ ਸਿਰਾਂ ਦੀ ਗਿਣਤੀ ਕਾਫੀ ਵਧਾ ਲਈ ਜਾਵੇ। ਇਸ ਫੁਰਨੇ ਦੀ ਦੇਰ ਸੀ ਕਿ ਹੁਕਮ ਪਾ ਕੇ ਮੁਗਲ ਫੌਜਾਂ ਤਲਵਾਰਾਂ ਸੂਤ ਪਿੰਡਾਂ ਵਿੱਚ ਵੜ ਗਈਆਂ। ਅਨੇਕਾਂ ਮਾਸੂਮ ਤੇ ਬੇਗੁਨਾਹ ਸਿੱਖ ਫੜ ਮੰਗਵਾਏ ਤੇ ਕਤਲ ਕਰਕੇ ਉਹਨਾਂ ਦੇ ਸਿਰ ਭੂਸੇ ਨਾਲ ਭਰ ਕੇ ਨੇਜਿਆਂ ਸੇਲਿਆਂ ਉੱਤੇ ਟੰਗ ਕੇ ਬਾਕੀ ਗੱਡਿਆਂ ਵਿੱਚ ਭਰ ਲਏ। ਜ਼ਕਰੀਆ ਖਾਨ ਦਾ ਇਹ ਮੰਦਭਾਗਾ ਕਾਫਲਾ ਦਿੱਲੀ ਵੱਲ ਨੂੰ ਵੱਧਦਾ ਹੋਇਆ ਰਾਹ ਵਿੱਚ ਮੌਤ ਦਾ ਛੱਟਾ ਬਖੇਰਦਾ ਜਾ ਰਿਹਾ ਸੀ। ਸਿੱਖ ਵਸੋਂ ਵਾਲੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ। ਜਿਨ੍ਹਾਂ ਨੂੰ ਖੁਸ਼ਕਿਸਮਤੀ ਨਾਲ ਪਹਿਲਾਂ ਪਤਾ ਲੱਗ ਗਿਆ, ਬਸ ਉਹ ਕਿਧਰੇ ਭੱਜ ਕੇ ਬਚ ਨਿਕਲੇ। ਲੜਕੀਆਂ ਤੱਕ ਕਤਲ ਕਰਕੇ ਉਹਨਾਂ ਦੇ ਲੰਮੇ ਕੇਸਾਂ ਦੇ ਸਿਰਾਂ ਤੇ ਜੂੜੇ ਕਰ ਦਿੱਤੇ ਤਾਂ ਕਿ ਉਹ ਸਿੱਖ ਗੱਭਰੂ ਦਿਸਣ। ਇਸ ਤਰ੍ਹਾਂ ਥੋੜੇ ਦਿਨਾਂ ਵਿੱਚ ਹਜ਼ਾਰਾਂ ਸਿੱਖ ਇਸ ਧਰਮ ਦੇ ਅਨੁਯਾਈ ਅਤੇ ਗੈਰ ਮੁਸਲਿਮ ਹੋਣ ਦੇ ਜੁਰਮ ਵਿੱਚ ਤਲਵਾਰ ਦੀ ਭੇਟ ਚੜ੍ਹਾ ਦਿੱਤੇ ਗਏ। ਵੱਡੇ ਹੋਏ ਸਿਰਾਂ ਨਾਲ 700 ਗੱਡੇ ਭਰੇ ਹੋਏ ਸਨ ਜੋ ਇਹ ਬਹਾਦਰ ਜਰਨੈਲ ਆਪਣੇ ਕਾਫਲੇ ਵਿੱਚ ਲਈ ਜਾ ਰਹੇ ਸਨ। ਕੈਦੀਆਂ ਨੂੰ ਖਾਣ ਲਈ ਸਿਰਫ ਖਿਚੜੀ ਹੀ ਦਿੱਤੀ ਜਾਂਦੀ। ਫੜਿਆਂ ਹੋਇਆਂ ਨਾਲ ਵੀ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ। ਰਸਤੇ ਵਿੱਚ ਕਿਸੇ ਪਿਆਸੇ ਸਿੱਖ ਕੈਦੀ ਨੂੰ ਪਾਣੀ ਪਿਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹਨਾਂ ਨੂੰ ਜਲੀਲ ਕਰਨ ਲਈ ਹਰ ਤਰ੍ਹਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆ ਰਹੇ ਸਨ। ਕੈਦੀਆਂ ਨਾਲ ਹੋ ਰਹੀ ਇਸ ਬਦਸਲੂਕੀ ਬਾਰੇ ਕਨਿੰਗਮ ਲਿਖਦਾ ਹੈ ਕਿ ਬੰਦਾ ਸਿੰਘ ਅਤੇ ਦੂਸਰੇ ਕੈਦੀਆਂ ਨੂੰ ਬੜੇ ਭੈੜੇ ਤੋਂ ਭੈੜੇ ਵਿਹਾਰ ਜੋ ਪਰਲੇ ਦਰਜੇ ਦਾ ਜਾਹਲ, ਵਹਿਸ਼ੀ ਤੇ ਤਵੱਸਬੀ ਜੇਤੂ ਕਰ ਸਕਦਾ, ਨਾਲ ਦਿੱਲੀ ਨੂੰ ਤੋਰਿਆ ਗਿਆ। ਬੰਦਾ ਸਿੰਘ ਵਾਂਗ ਦੂਜੇ ਸਿੰਘਾਂ ਨੂੰ ਪੈਰਾਂ, ਹੱਥਾਂ, ਲੱਕ ਅਤੇ ਗਲਾਂ ਤੋਂ ਸੰਗਲਾਂ ਤੇ ਤੌਕਾਂ ਨਾਲ ਜਕੜਿਆ ਹੋਇਆ ਸੀ। 2-2 ਕਰਕੇ ਅਣਪਲਾਣੇ ਊਠਾਂ ਉੱਤੇ ਤੇ 2-2, 3-3 ਇੰਚ ਹੀ ਜੂੜ ਕੇ ਗੱਡਿਆਂ ਉੱਤੇ ਸੁੱਟੇ ਹੋਏ ਸਨ। ਸਰਹੰਦ ਵਿੱਚ ਕੈਦੀਆਂ ਨੂੰ ਬਾਜ਼ਾਰ ਵਿੱਚ ਫੇਰਨਾ। ਜਦ ਕਾਫਲਾ ਸਰਹੰਦ ਪਹੁੰਚਿਆ ਤਾਂ ਜ਼ਕਰੀਆ ਖਾਨ ਦੇ ਹੁਕਮ ਨਾਲ ਜਾਣ ਬੁੱਝ ਕੇ ਬੰਦਾ ਸਿੰਘ ਸਮੇਤ ਇਹਨਾਂ ਬੇਬਸ ਤੇ ਲਾਚਾਰ ਕੈਦੀਆਂ ਨੂੰ ਸਰਹੰਦ ਦੇ ਬਾਜ਼ਾਰਾਂ ਵਿੱਚ ਦੀ ਲੰਘਾਇਆ ਗਿਆ। ਇੱਥੇ ਤਮਾਸ਼ਾਈਆਂ ਦੀ ਬਹੁਤ ਭੀੜ ਇਕੱਠੀ ਹੋ ਚੁੱਕੀ ਸੀ।
ਜੋ ਲੋਕ ਕੱਲ ਤੱਕ ਇਹਨਾਂ ਦਾ ਸੁਪਨੇ ਵਿੱਚ ਵੀ ਨਾਂ ਸੁਣ ਕੇ ਅੱਬਲ ਵਾਏ ਬੌੜੀ ਬਚਾਓ ਬਚਾਓ ਦੀਆਂ ਚਾਂਗਰਾਂ ਚੀਕਾਂ ਮਾਰ ਕੇ ਉੱਠ ਬੈਠਦੇ ਸਨ, ਉਹਨਾਂ ਨੂੰ ਡੰਡੜਿਆਂ ਜੂੜਿਆਂ ਹੋਇਆਂ ਨੂੰ ਵੇਖ ਕੇ ਸ਼ੇਰ ਹੋ ਰਹੇ ਸਨ। ਟਿਚਰਾਂ ਮਖੌਲ ਕਰਦੇ, ਗਾਲੀਆਂ ਦਿੰਦੇ, ਇੱਟ ਵੱਟਾ ਤੇ ਘੱਟਾ ਉਹਨਾਂ ਉੱਤੇ ਸੁੱਟਦੇ। ਕਈ ਸਿੰਘ ਤਾਂ ਉਛਲ ਉਛਲ ਪੈਂਦੇ ਕਿ ਸੰਗਲ ਬੇੜੀਆਂ ਤੁੜਵਾ ਕੇ ਇਹਨਾਂ ਬਦ ਜ਼ੁਬਾਨਾਂ ਤੇ ਕਾਇਰਾਂ ਦੀਆਂ ਧੌਣਾਂ ਮਰੋੜ ਦਈਏ, ਪਰ ਸੰਗਲ ਤੇ ਬੇੜੀਆਂ ਉਹਨਾਂ ਦੀ ਪੇਸ਼ ਨਹੀਂ ਸਨ ਜਾਣ ਦਿੰਦੇ। ਪਿੰਜਰੇ ਪਾਏ ਸ਼ੇਰ ਨੂੰ ਤਾਂ ਨਿੱਕੇ ਨਿੱਕੇ ਬੱਚੇ ਤੇ ਤਰੀਮਤਾਂ ਵੀ ਹਾਊ ਹਾਊ ਕਰਕੇ ਛੇੜ ਨੂੰ ਸੰਕੋਚ ਨਹੀਂ ਸੀ ਕਰਦੀਆਂ। ਬਸ ਇੱਥੇ ਵੀ ਐਸਾ ਹੀ ਹਾਲ ਸੀ। ਸਿੰਘ ਇਸ ਦੇ ਬਾਵਜੂਦ ਉੱਚੀ ਸੁਰ ਵਿੱਚ ਸ਼ਬਦ ਪੜ੍ਹਦੇ ਜਾ ਰਹੇ ਸਨ। ਨਾ ਜਰੀਆਂ ਜਾਣ ਵਾਲੀਆਂ ਗੱਲਾਂ ਬੜੀ ਧੀਰਜ ਨਾਲ ਜਰੀ ਜਾ ਰਹੇ ਸਨ। ਸਿੰਘਾਂ ਨੂੰ ਪਤਾ ਸੀ ਕਿ ਉਹ ਸਿੱਧੇ ਮੌਤ ਵੱਲ ਜਾ ਰਹੇ ਹਨ, ਪਰ ਉਹ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ। ਚੜ੍ਹਦੀ ਕਲਾ ਐਸੀ ਸੀ ਕਿ ਜਦ ਲੋਕ ਕਹਿੰਦੇ ਕਿ ਸਭ ਕਤਲ ਕੀਤੇ ਜਾਓਗੇ, ਤਾਂ ਅੱਗੋਂ ਨਿਡਰਤਾ ਪ੍ਰਗਟ ਕਰਦੇ ਹੋਏ ਕਹਿੰਦੇ ਕਿ ਮੌਤ ਦਾ ਡਰ ਤੁਹਾਨੂੰ ਹੋਏਗਾ, ਸਾਨੂੰ ਕੋਈ ਨਹੀਂ। ਅਸੀਂ ਬੱਧੇ ਨਾ ਹੁੰਦੇ ਤਾਂ ਤੁਹਾਨੂੰ ਮੌਤ ਦਾ ਸਵਾਦ ਹੁਣੇ ਚਖਾ ਦਿੰਦੇ। ਆਪਣੀ ਆਈ ਤੋਂ ਹੁਣ ਵੀ ਅਸੀਂ ਕਦ ਟਲਦੇ ਹਾਂ। ਕਹੋ ਆਪਣੇ ਜ਼ਕਰੀਆ ਨੂੰ ਜਰਾ ਸਾਨੂੰ ਖੋਲ ਕੇ ਵੇਖੇ, ਤੁਹਾਨੂੰ ਕਿਹੋ ਜਿਹੇ ਜਲਵੇ ਵਿਖਾਉਂਦੇ ਹਾਂ। ਨਾ ਸਾਨੂੰ ਮੌਤ ਦਾ ਡਰ, ਨਾ ਉਸ ਦੀ ਪਰਵਾਹ, ਪਰ ਤੁਸੀਂ ਯਾਦ ਰੱਖਿਓ, ਗੱਲ ਸਾਡੀ ਮੌਤ ਨਾਲ ਨਹੀਂ ਮੁੱਕ ਜਾਣੀ। ਇਹ ਤਾਂ ਅੱਗ ਉਤੇ ਤੇਲ ਪਾਉਣ ਵਾਂਗ ਭੜਕੂ। ਸਾਡੇ ਪਿੱਛੋਂ ਸਾਡੇ ਭਰਾ ਆਉਣਗੇ ਤੇ ਤੁਹਾਡੀਆਂ ਜੜ੍ਹਾਂ ਪੁੱਟ ਕੇ ਸਤਲੁਜ ਤੇ ਜਮਨਾ ਵਿੱਚ ਸੁੱਟਣਗੇ। ਬਹੁਤਾ ਸਮਾਂ ਨਹੀਂ ਲੱਗਣਾ। ਸਮਝੋ ਖਾਲਸਾ ਆਇਆ ਕਿ ਆਇਆ, ਐਵੇਂ ਥੋੜਾ ਜਿਹਾ ਹੀ ਓਲਾ ਹੈ। ਸਰਹੰਦ, ਜਿਸ ਨੂੰ ਸਿੱਖ ਗੁਰੂਮਾਰੀ ਦੇ ਨਾਂ ਨਾਲ ਯਾਦ ਕਰਦੇ ਸਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਤੋਂ ਹੀ ਸਿੰਘਾਂ ਦੀਆਂ ਅੱਖਾਂ ਵਿੱਚ ਰੜਕਦੀ ਸੀ। ਬੰਦਾ ਸਿੰਘ ਨੇ ਵਜ਼ੀਰ ਖਾਂ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਲੜਾਈ ਸਮੇਂ ਹਾਰ ਦੇ ਕੇ ਉਸ ਦੇ ਖੋਟੀ ਮੱਤ ਵਾਲੇ ਸਾਥੀਆਂ ਨੂੰ ਬੁਰੀ ਕਰਕੇ ਮਾਰਿਆ ਸੀ। ਸ਼ਹਿਰ ਲੁੱਟਿਆ ਗਿਆ, ਪਰ ਪੂਰੀ ਤਰ੍ਹਾਂ ਬਰਬਾਦ ਨਹੀਂ ਸੀ ਕੀਤਾ। ਬੰਦਾ ਸਿੰਘ ਦੀ ਸ਼ਹਾਦਤ ਤੋਂ 48 ਸਾਲ ਬਾਅਦ ਬੁੱਢਾ ਦਲ ਤੇ ਤਰਨਾ ਦਲ ਭਾਵ 11 ਮਿਸਲਾਂ ਨੇ ਹਿੱਸਾ ਲਿਆ। ਰਾਜਾ ਆਲਾ ਸਿੰਘ ਪਟਿਆਲੇ ਵਾਲਾ, ਜੋ ਫੂਲਕੀਆ ਮਿਸਲ ਦਾ ਉੱਘਾ ਆਗੂ ਸੀ, ਨਾਲ ਨਹੀਂ ਸੀ ਰਲਿਆ। ਇਸ ਘਰਾਣੇ ਨੇ ਢਿੱਡ ਵਜਾ ਕੇ 6ਵੇਂ ਪਾਤਸ਼ਾਹ ਤੋਂ ਭੁੱਖ ਦੇ ਕਸ਼ਟ ਤੋਂ ਛੁਟਕਾਰਾ ਮੰਗਿਆ ਤਾਂ ਸਤਿਗੁਰਾਂ ਰਾਜ ਕਰਨ ਦਾ ਬੋਲਾ ਬਖਸ਼ਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਟਿਆਲੇ ਵਾਲੇ ਨੂੰ ਤੇਰਾ ਘਰ ਸੋ ਮੇਰਾ ਘਰ ਕਹਿ ਕੇ ਮਾਣ ਬਖਸ਼ਿਆ। ਸਭ ਕੁਝ ਮਿਲ ਗਿਆ, ਰਾਜ ਭਾਗ ਵਾਲੇ ਬਣ ਗਏ। ਪਰ ਔਖ ਵੇਲੇ ਕਲਗੀਧਰ ਦੇ ਸਿਰਜੇ ਖਾਲਸਾ ਜੀ ਤੋਂ ਹਰ ਪ੍ਰਕਾਰ ਦੀ ਸਹਾਇਤਾ ਲੈ ਕੇ ਆਪਣੇ ਵੈਰੀਆਂ ਦਾ ਸਿਰ ਦਬਾਉਂਦੇ ਤੇ ਰਾਜ ਦੀਆਂ ਹੱਦਾਂ ਵਧਾਉਂਦੇ ਰਹੇ। ਜਦ ਕਦੇ ਖਾਲਸਾ ਜੀ ਦੇ ਸਿਰ ਭੀੜ ਬਣੀ ਤਾਂ ਉਲਟਾ ਵੈਰੀਆਂ ਦੀ ਹੀ ਸਹਾਇਤਾ ਕਰਦੇ ਰਹੇ। ਉਦਾਰਚਿਤ ਖਾਲਸੇ ਨੇ ਇਹਨਾਂ ਦੀ ਹਰ ਭੁੱਲ ਬਖਸ਼ੀ, ਪਿੱਠ ਨਹੀਂ ਦਿੱਤੀ। ਇਹਨਾਂ ਵੱਲੋਂ ਕਸਰ ਨਹੀਂ ਰਹੀ। ਵੱਡੇ ਘੱਲੂਘਾਰੇ ਵੇਲੇ ਅਤੇ ਛੋਟੇ ਘੱਲੂਘਾਰੇ ਵੇਲੇ ਅਬਦਾਲੀ ਵਿਰੁੱਧ ਸ੍ਰੀ ਅੰਮ੍ਰਿਤਸਰ ਵਿਖੇ ਜੋ ਘੱਲੂਘਾਰੇ ਤੋਂ 6-7 ਮਹੀਨੇ ਪਿੱਛੋਂ ਲੜਾਈ ਹੋਈ, ਇਹਨਾਂ ਨੇ ਸਾਥ ਨਹੀਂ ਸੀ ਦਿੱਤਾ। ਖਾਲਸਾ ਜੀ ਨੇ ਜਦ ਜ਼ੈਨ ਖਾਨ ਨੂੰ ਸਰਹੰਦੋਂ ਬਾਹਰ ਘੇਰ ਲਿਆ, ਤਿਆਰੀਆਂ ਦੋਹਾਂ ਪਾਸਿਆਂ ਤੋਂ ਜਦ ਹੋ ਰਹੀਆਂ ਸਨ, ਤਾਂ ਪਟਿਆਲੇ ਵਾਲਾ ਬਾਬਾ ਆਲਾ ਸਿੰਘ ਤਾਮਾਸ਼ਾਈ ਹੀ ਬਣਿਆ ਰਿਹਾ। ਇਸ ਵਾਰ ਵੀ ਬਿਲਕੁਲ ਹਿੱਸਾ ਨਹੀਂ ਸੀ ਲਿਆ। ਮੁੱਕਦੀ ਗੱਲ, ਇਸ ਘਰਾਣੇ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਇੱਕ ਬਲਵਾਨ ਸਿੱਖ ਰਾਜ ਦੇ ਖਾਤਮੇ ਲਈ ਸਹਾਈ ਹੋਏ ਸਨ। ਅਹਿਮਦ ਸ਼ਾਹ ਵੇਲੇ ਸ਼ਾਹ ਵਲੀ ਖਾਨ ਵਜ਼ੀਰ ਦੇ ਇੱਕ ਨਿੱਕੇ ਜਿਹੇ ਅਹਿਸਾਨ ਥੱਲੇ ਇਹ ਇਸ ਵਜ਼ੀਰ ਦੀ ਗੋਤ ਧਾਰ ਕੇ ਬਾਮਜਈ ਬਣ ਗਏ। ਅੰਗਰੇਜ਼ਾਂ ਦੀ ਏਡੀ ਲਗਨ ਨਾਲ ਗੁਲਾਮੀ ਕਬੂਲੀ ਤੇ ਅਧੀਨਤਾ ਦਾ ਐਡਾ ਸੋਹਣਾ ਸਬੂਤ ਦਿੱਤਾ ਕਿ ਰਾਜਾ ਭੁਪਿੰਦਰ ਸਿੰਘ ਸਰਕਾਰ ਇੰਗਲਿਸ਼ੀਆ ਦਾ ਫਰਜ਼ੰਦੇ ਅਰਜਮੰਦ ਖਾਸ ਬਣ ਗਿਆ। ਦੇਸ਼ ਦੀ ਵੰਡ ਤੱਕ ਸਾਮਰਾਜੀ ਸਰਕਾਰ ਦੀ ਚੰਗੀ ਨਮਕ ਹਲਾਲੀ ਕਰ ਕਰਕੇ ਪਟਿਆਲੀਏ ਸੁਰਖਰੂਈ ਹਾਸਲ ਕਰਦੇ ਰਹੇ। ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਜ਼ੈਨ ਖਾਨ ਨੂੰ ਸਰਹੰਦੋਂ ਬਾਹਰ ਘੇਰ ਕੇ 14 ਜਨਵਰੀ 1764 ਵਾਲੀ ਰਾਤ ਨੂੰ ਮਾਰ ਲਿਆ। ਸਰਹੰਦ ਕਿਲੇ ਉੱਤੇ ਕਬਜ਼ਾ ਕਰਕੇ ਬੱਚੇ, ਬੁੱਢੇ, ਔਰਤਾਂ ਤੇ ਹਿੰਦੂਆਂ ਨੂੰ ਛੱਡ ਕੇ ਸਾਰਾ ਸ਼ਹਿਰ ਤੇਗ ਦੀ ਧਾਰ ਲੰਘਾ ਦਿੱਤਾ। ਸਾਰੇ ਸ਼ਹਿਰ ਦਾ ਮਲਬਾ ਬਣਾ ਕੇ ਉੱਤੋਂ ਖੋਤਿਆਂ ਨਾਲ ਹਲਵਾਏ
ਫਿਰ ਇਹ ਪ੍ਰਥਾ ਚੱਲੀ ਕਿ ਸਰਹੰਦ ਵਿੱਚ ਦੀ ਲੰਘਦਾ ਹਰ ਕੋਈ ਸਿੱਖ ਇਸ ਦੀਆਂ ਖੰਡਰਾਂ ਚੋਂ 5 ਇੱਟਾਂ ਲੈ ਜਾਂਦਾ, ਪੂਰਬ ਨੂੰ ਜਾਣ ਵਾਲਾ ਦਰਿਆ ਜਮਨਾ ਵਿੱਚ ਸੁੱਟਦਾ ਤੇ ਪੱਛਮ ਵਾਲਾ ਸਤਲੁਜ ਵਿੱਚ ਸੁੱਟ ਦਿੰਦਾ। ਇੰਜ ਬੰਦਾ ਸਿੰਘ ਦੇ ਸਾਥੀ ਸਿੰਘਾਂ ਦੇ ਸਹਿਜ ਸੁਭਾਅ ਨਿਕਲੇ ਬੋਲ ਖਾਲਸੇ ਨੇ ਪੂਰੇ ਕਰ ਦਿੱਤੇ। ਤਮਾਸ਼ਾਈਆਂ ਵਿੱਚ ਸਾਰੇ ਮੂਰਖ ਨਹੀਂ ਹੁੰਦੇ। ਸੂਝਵਾਨ ਮੁਸਲਮਾਨ ਲੋਕ ਸੁਣ ਕੇ ਲਾ ਹੌਲ ਵਿਲਾ ਕੁਬਤਾ ਲਾ ਇਲਾ ਬਿਲਾ ਪੜ੍ਹਦੇ ਹੋਏ ਇਹਨਾਂ ਲੋਕਾਂ ਦੀ ਨਿਡਰਤਾ, ਜੁਰਤ, ਦਲੇਰੀ ਤੇ ਇਹਨਾਂ ਦੇ ਅਥਾਹ ਹੌਸਲੇ ਦੀ ਦਾਦ ਦਿੰਦੇ ਆਛ-ਆਛ ਕਰ ਰਹੇ ਸਨ। ਦੂਰ ਦੀ ਸੋਚਣ ਵਾਲੇ ਦਿਲੋਂ ਕੰਬ ਰਹੇ ਸਨ ਕਿ ਸਿੰਘਾਂ ਦੇ ਬੋਲ ਪੁੱਗ ਕੇ ਰਹਿਣਗੇ। ਮੁਗਲ ਹਕੂਮਤ ਤੇ ਇਹ ਫੌਜਾਂ ਜੋ ਲੋਕਾਂ ਨੂੰ ਖੁਸ਼ ਕਰਨ ਲਈ ਤੇ ਆਪਣਾ ਦਬਦਬਾ ਬਣਾਉਣ ਲਈ ਇਹਨਾਂ ਬੇਬਸ ਕੀਤੇ ਕੈਦੀਆਂ ਉੱਤੇ ਜ਼ੁਲਮ ਜਬਰ ਢਾ ਰਹੀਆਂ ਹਨ, ਅਵਸ਼ ਹਕੂਮਤ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਨਾਲ ਹੀ ਸਾਡਾ ਵੀ ਘਾਣ ਹੋਵੇਗਾ। ਲਾਜ਼ਮੀ ਸਰਹੰਦ ਦੀ ਇੱਟ ਨਾਲ ਇੱਟ ਖੜਕੂ ਤੇ ਸਫਨ ਸਫਾ ਹੋਵੇਗਾ। ਇਸ ਤਰ੍ਹਾਂ ਸਰਹੰਦ ਦਿਆਂ ਬਾਜ਼ਾਰਾਂ ਵਿੱਚ ਦੀ ਲੰਘਾ ਕੇ ਸਿੰਘਾਂ ਨੂੰ ਜਲੀਲ ਕਰਨ ਦੀ ਘਟਨਾ ਨੂੰ 50 ਸਾਲ ਵੀ ਨਹੀਂ ਸਨ ਹੋਏ ਕਿ ਸਿੰਘਾਂ ਨੇ ਸਰਹੰਦ ਦੀ ਜੜ ਪੁੱਟ ਗਵਾਈ ਤੇ ਸਾਰੇ ਸ਼ਹਿਰ ਉੱਤੇ ਖੋਤਿਆਂ ਨਾਲ ਹਲ ਵਾਹ ਦਿੱਤੇ। ਬਾਜ਼ਾਰ ਵਾਲੀ ਘਟਨਾ ਦੇ ਚਸ਼ਮਦੀਦ ਗਵਾਹ ਜੋ ਉਸ ਵੇਲੇ ਗੱਭਰੂ ਸਨ, ਅਜੇ ਜਿਉਂਦੇ ਸਨ ਜਦ ਉਹਨਾਂ ਦੀ ਇਸ ਤਰ੍ਹਾਂ ਬੁਰੀ ਬਾਬ ਹੁੰਦੀ ਅੱਖੀਂ ਡਿੱਠੀ। ਉਸ ਵੇਲੇ ਟਿਚਰਾਂ ਕਰਨ ਵਾਲੇ, ਗਾਲੀਆਂ ਦੇਣ ਵਾਲੇ ਅੱਜ ਸਿੰਘਾਂ ਅੱਗੇ ਨਿਗੂਣੀ ਜਾਨ ਬਚਾਉਣ ਲਈ ਹਾੜੇ ਕੱਢ ਰਹੇ ਸਨ। ਸਮਾਂ ਜਲਦੀ ਹੀ ਸਾਰੇ ਹਿਸਾਬ ਕਿਤਾਬ ਬਰਾਬਰ ਕਰ ਦਿੰਦਾ ਹੈ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 20ਵਾਂ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।